ਵਾਚੀਨ ਹਜ਼ਰਾਤ ਇਹ ਅੱਜ ਮੇਰੀ ਜਿਹੜੀ ਖੁਦ ਨਵਿਸ਼ਤ ਹੈ ਆਟੋਬਾਇਓਗ੍ਰਾਫੀ ਉਹਦੀ 21ਵੀਂ ਕਿਸ਼ਤ ਹੈ। ਔਰ ਇਸ ਕਿਸ਼ਤ ਦੇ ਵਿੱਚ ਮੈਂ ਕਨਕਲੂਡ ਕਰਨ ਜਾ ਰਿਹਾ ਕਿ ਆਪਣੀ ਦੂਸਰੀ ਫੇਜ਼ ਜਿਹੜੀ ਲਾਈਫ ਦੀ ਹੈ। ਤੁਹਾਨੂੰ ਪਤਾ ਹੈ ਕਿ ਪਹਿਲੀ ਫੇਜ਼ ਜਿਹੜੀ ਲਾਈਫ ਦੀ ਸੀ ਉਹ ਮੇਰੇ ਪਿੰਡ ਵਿੱਚ ਸੀ, ਜਿੱਥੇ ਮੈਂ ਜੰਮਿਆ ਪਲਿਆ ਔਰ ਪ੍ਰਾਇਮਰੀ ਕੀਤੀ। ਔਰ ਜਿਸ ਵੇਲੇ ਮੈਂ 6ਵੀਂ ਚ ਹੋਇਆ ਤੇ 6ਵੀਂ ਤੋਂ ਲੈ ਕੇ ਔਨਵਰਡ ਫਿਰ ਅੱਬਾ ਜੀ ਨੇ ਉਹਨਾਂ ਨੇ ਭੇਜ ਦਿੱਤਾ ਮੈਨੂੰ ਕਰਾਚੀ ਪੜ੍ਹਨ ਵਾਸਤੇ। ਔਰ ਉੱਥੇ ਫਿਰ ਮੈਂ FSC ਤੱਕ ਪੜ੍ਹਿਆ। ਇਹ ਦੂਸਰੀ ਫੇਜ਼ ਜਿਹੜੀ ਹੈ ਮੇਰੀ ਅੱਜ ਦੀ ਇਸ ਵੀਡੀਓ ਨਾਲ ਕੰਪਲੀਟ ਹੋ ਜਾਏਗੀ। ਔਰ ਇਹਦੇ ਚ ਮੈਂ ਜ਼ਿਕਰ ਇੱਕ ਤੇ ਇਹ ਕਰਨਾ ਹੈ ਕਿ ਜਿਹੜੇ ਕਰਾਚੀ ਉਸ ਵਕਤ, ਜਿਵੇਂ ਮੈਂ ਅੱਗੇ ਵੀ ਦੱਸਿਆ, ਕਿ ਰੋਸ਼ਨੀਆਂ ਦਾ ਸ਼ਹਿਰ ਸੀ ਔਰ ਪੂਰੀ ਦੁਨੀਆ ਤੋਂ ਟੂਰਿਸਟ ਇੱਥੇ ਆਉਂਦੇ ਹੁੰਦੇ ਸੀ। ਔਰ ਇਹ ਇੱਕ ਮੁਆਸ਼ੀ ਹੱਬ ਸੀ ਪੂਰੇ ਪਾਕਿਸਤਾਨ ਦੀ। ਔਰ ਉਹਦੀ ਬਹੁਤ ਬੜੀ ਵਜ੍ਹਾ ਇਹ ਸੀ ਕਿ ਇੱਥੇ ਇੱਕ ਕਰਾਚੀ ਦੀ ਜਿਹੜੀ ਬੰਦਰਗਾਹ ਹੈ, ਪੋਰਟ ਹੈ, ਉਹ ਬਹੁਤ ਮਾਰੂਫ ਔਰ ਬਹੁਤ ਬੜੀ ਪੋਰਟ ਹੈ, ਜਿੱਥੇ ਆ ਕੇ ਤਜਾਰਤੀ ਜਹਾਜ਼ ਲੰਗਰ ਅੰਦਾਜ਼ ਹੁੰਦੇ ਸੀ। ਔਰ ਫਿਰ ਉਹਨਾਂ ਦਿਨਾਂ ਦੇ ਵਿੱਚੋਂ ਕਿ ਹਜ ਤੇ ਜਾਣ ਵਾਸਤੇ ਲੋਕ ਬਾਈ 에ਅਰ ਤਰਜੀਹ ਘੱਟ ਦਿੰਦੇ ਸਨ, ਕਿਉਂਕਿ ਉਹ ਅਫੋਰਡ ਨਹੀਂ ਸਨ ਕਰਦੇ। ਇਸ ਵਾਸਤੇ ਫਿਰ ਉਹ ਜਿਨ੍ਹਾਂ ਨੇ ਬਹਿਰੀ ਜਹਾਜ਼ ਦੇ ਜ਼ਰੀਏ ਕੋਈ ਮਹੀਨੇ ਡੇਢ ਮਹੀਨੇ 'ਚ ਹਜ ਕਰਨ ਵਾਸਤੇ ਪਹੁੰਚਣਾ ਹੁੰਦਾ ਸੀ ਸਾਊਦੀ ਅਰੇਬੀਆ, ਉਹ ਵੀ ਕਰਾਚੀ ਦੀ ਬੰਦਰਗਾਹ ਤੋਂ ਜਾ ਕੇ ਉਹ ਪੰਜ ਚਾਰ ਚਾਰ ਪੰਜ ਪੰਜ ਮੰਜ਼ਲਾ ਜਹਾਜ਼ ਹੁੰਦੇ ਸਨ, ਬਹਿਰੀ ਜਹਾਜ਼, ਜਿਨ੍ਹਾਂ ਦੇ ਜ਼ਰੀਏ ਉਹ ਫਿਰ ਉੱਥੋਂ ਪੰਜਾਬ ਤੋਂ ਜਾਂ ਸੂਬਾ ਜਿਹੜਾ ਸਰਹੱਦ ਸੀ ਉਦੋਂ KPK ਜਿਹਨੂੰ ਕਹਿੰਦੇ ਨੇ, ਜਾਂ ਬਲੋਚਿਸਤਾਨ ਜਾਂ ਸਿੰਧ ਦੇ ਇੰਟੀਰੀਅਰ ਚੋਂ ਇੱਥੋਂ ਲੋਕਾਂ ਨੇ ਆਣਾ ਔਰ ਇੱਥੋਂ ਆ ਕੇ ਹੱਜ ਵਾਸਤੇ ਉਹਨਾਂ ਕਰਾਚੀ ਦੀ ਬੰਦਰਗਾਹ ਤੇ ਜਿਹੜਾ ਇੱਥੋਂ ਉਹ ਜਹਾਜ਼ਾਂ ਤੇ ਬਹਿਣਾ, ਜਿਹੜੇ ਕਿ ਸਵਾਰੀਆਂ ਵਾਲੇ ਪੈਸੇਂਜਰ ਸ਼ਿਪ ਹੁੰਦੇ ਸਨ। ਔਰ ਉਹ ਚਲਦਿਆਂ ਚਲਦਿਆਂ ਇੱਕ ਇੱਕ ਮਹੀਨਾ ਡੇਢ ਮਹੀਨੇ ਦੇ ਵਿੱਚ ਆ ਕੇ ਸਾਊਦੀ ਅਰਬ ਪਹੁੰਚਦੇ ਸਨ। ਉੱਥੇ ਫਿਰ ਲੋਕ ਹੱਜ ਕਰਕੇ ਆ ਕੇ ਤੇ ਵਾਪਸ ਉਸੇ ਤਰ੍ਹਾਂ ਉਸ ਸ਼ਿਪ ਤੇ ਵਾਪਸ ਵੀ ਆ ਜਾਂਦੇ ਸਨ। ਇੱਥੇ ਜਿਹੜੀ ਅਟਰੈਕਸ਼ਨ ਦੀ ਸਭ ਤੋਂ ਬੜੀ ਜਗ੍ਹਾ ਟੂਰਿਸਟ ਪਲੇਸਿਸ ਨੇ, ਉਹ ਬੀਚਸ ਨੇ। ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਤੇ ਕਲਿਫਟਨ ਬਹੁਤ ਬੜੀ ਬੀਚ ਹੈ, ਔਰ ਉਸ ਤੋਂ ਬਾਅਦ ਜਿਹੜਾ ਉਹ ਪੈਰਾਡਾਈਜ਼ ਪੁਆਇੰਟ ਇੱਕ ਬੀਚ ਹੈ, ਔਰ ਹੌਕਸ ਬੇ ਦੇ ਨਾਂ ਤੋਂ ਇੱਕ ਬਹੁਤ ਜ਼ਬਰਦਸਤ ਬੀਚ ਜਿਹੜੀ ਹੈ ਉਹ ਮੌਜੂਦ ਹੈ। ਔਰ ਇੱਥੇ ਲੋਕ ਆ ਕੇ ਤੇ ਉਸ ਵਕਤ ਦੁਬਈ ਵਗੈਰਾ ਦੀ ਬੰਦਰਗਾਹ ਇਤਨੀ ਡਿਵੈਲਪ ਨਹੀਂ ਸੀ ਹੁੰਦੀ, ਔਰ ਨਾ ਹੀ ਲੋਕ ਉਧਰ ਜਾਂਦੇ ਹੁੰਦੇ ਸੀ। ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਅਰਬ ਲੋਕ ਨੇ ਇਹ ਬਹੁਤ ਅਮੀਰ ਕਬੀਰ ਨਹੀਂ ਸਨ ਹੁੰਦੇ, ਬਲਕਿ ਇਹਨਾਂ ਦੀਆਂ ਨਜ਼ਰਾਂ ਪਾਕਿਸਤਾਨ ਵੱਲ ਹੁੰਦੀਆਂ ਸਨ ਕਿ ਪਾਕਿਸਤਾਨ ਦੇ ਵਿੱਚੋਂ ਕੋਈ ਸ਼ੈ ਉਹਨਾਂ ਨੂੰ ਮਿਲ ਜਾਵੇ। ਦੂਸਰਾ, ਜਿਹੜੇ ਉਸ ਵਕਤ ਦੇ 5 ਸਾਲਾ ਮਨਸੂਬੇ ਇਹ 70-80 ਦੀ ਦਹਾਈ ਤੋਂ ਪਹਿਲੇ ਬਣਦੇ ਹੁੰਦੇ ਸਨ, ਉਹ ਐਸੇ ਕਾਮਯਾਬ ਮਨਸੂਬੇ ਹੁੰਦੇ ਸੀ ਜਿਹੜੇ ਕਿ ਮੁਖਤਲਿਫ ਮਮਾਲਿਕ ਦੂਸਰੇ ਉਹਨਾਂ ਦੀ ਨਕਲ ਕਰਦੇ ਹੋਇਆ ਬਹੁਤ ਗਰੋਥ ਹੋਣਾ ਕੀਤੀ। ਔਰ ਇਸੇ ਤਰ੍ਹਾਂ ਜਿਵੇਂ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ, ਜਿਹੜਾ ਕਿ ਸਲੋਗਨ ਹੁੰਦਾ ਸੀ ਕਿ ਬਾਕਮਾਲ ਲੋਕ ਲਾਜਵਾਬ ਸਰਵਿਸ, ਉਹ ਵਾਕਿਆ ਹੀ ਦੁਨੀਆ ਦੀ ਬਿਹਤਰੀਨ 에ਅਰਲਾਈਨਾਂ ਦੇ ਵਿੱਚੋਂ ਇੱਕ 에ਅਰਲਾਈਨ ਹੁੰਦੀ ਸੀ। ਔਰ ਕਰਾਚੀ ਦੇ ਵਿੱਚ, ਜਿਵੇਂ ਮੈਂ ਦੱਸਿਆ, ਕਿ ਉਸ ਵਕਤ ਡਬਲ ਡੈਕਰ ਟਰਾਮ ਔਰ ਕਰਾਚੀ ਸਰਕੂਲਰ ਰੇਲਵੇ ਦੇ ਨਾਂ ਤੋਂ ਜਦੋਂ ਉਦੋਂ 14 ਸਟੇਸ਼ਨ ਹੁੰਦੇ ਸਨ ਵਿਦਨ ਕਰਾਚੀ। ਔਰ ਇਹ ਕਰਾਚੀ ਬੜਾ ਤਾਰੀਖੀ ਸ਼ਹਿਰ ਹੈ, ਜਿਹਦਾ ਪਹਿਲਾ ਨਾਂ ਦੀਬਲ ਹੁੰਦਾ ਸੀ। ਔਰ ਇਹ ਉਸ ਵਕਤ ਤੋਂ ਮਸ਼ਹੂਰ ਹੈ ਜਿਸ ਵਕਤ ਮੁਹੰਮਦ ਬਿਨ ਕਾਸਮ ਨੇ ਹੱਜਾਜ ਬਿਨ ਯੂਸਫ ਦੇ ਕਹਿਣ ਤੇ ਹਿੰਦ ਦੇ ਉੱਤੇ ਹਮਲਾ ਕੀਤਾ। ਔਰ ਉਹ ਚੂੰਕਿ ਇੱਥੇ ਰਾਜਾ ਦਾਹਰ ਔਰ ਦੂਸਰੇ ਰਾਜੇ ਮਹਾਰਾਜਿਆਂ ਦੀ ਹਕੂਮਤ ਹੁੰਦੀ ਸੀ, ਔਰ ਇੱਥੇ ਮੁਸਲਮਾਨ ਖਵਾਤੀਨ ਨੂੰ ਕਈ ਵਾਰੀ ਪੁਕਾਰਨਾ ਪੈਂਦਾ ਸੀ, ਤੰਗ ਕਰਦੇ ਸਨ ਲੋਕ, ਤੇ ਉਹ ਫਿਰ ਉਹਨਾਂ ਦੀ ਮਦਦ ਲਈ, ਜਿਵੇਂ ਕਿ ਤਾਰੀਖ 'ਚ ਲਿਖਿਆ ਹੈ ਕਿ ਮੁਹੰਮਦ ਬਿਨ ਕਾਸਮ ਨੇ ਆ ਕੇ ਤੇ ਫਿਰ ਉਹ 17 ਸਾਲ ਦਾ ਨੌਜਵਾਨ ਸੀ, ਉਹ ਹੱਜਾਜ ਬਿਨ ਯੂਸਫ ਦਾ ਸਿਪਾਹ ਸਲਾਰ ਸੀ, ਔਰ ਉਹਨੇ ਆ ਕੇ ਇਸ ਇਲਾਕੇ ਤੇ ਕਬਜ਼ਾ ਕੀਤਾ, ਮੁਲਤਾਨ ਤੱਕ ਚਲਾ ਗਿਆ। ਉਹ ਹਿਸਟਰੀ ਮੈਂ ਪਹਿਲੇ, ਮੇਰਾ ਦੂਸਰਾ ਸੈਗਮੈਂਟ ਹੈਗਾ ਹਿਸਟਰੀ ਦਾ, ਉਹਦੇ ਵਿੱਚ ਮੈਂ ਚੀਜ਼ਾਂ ਰਿਕਾਰਡ ਕੀਤੀਆਂ ਨੇ, ਇਸੇ ਮੇਰੇ ਵੀਲੌਗ ਉੱਤੇ ਵੀ ਹੋਏ ਨੇ। ਅੱਛਾ, ਉਸ ਤੋਂ ਇਲਾਵਾ ਇਹਨਾਂ ਬੰਦਰਗਾਹਾਂ ਤੋਂ ਇਲਾਵਾ ਹਿਲ ਪਾਰਕ ਉਹ ਬੜੀ ਮਾਰੂਫ ਜਗ੍ਹਾ ਹੁੰਦੀ ਸੀ। ਔਰ ਇਸੇ ਤਰ੍ਹਾਂ ਸ਼ਾਪਿੰਗ ਸੈਂਟਰ ਵੀ ਸਦਰ, ਖਾਸ ਤੌਰ ਤੇ ਟੌਪ ਦਾ ਜਿਹੜਾ ਸ਼ਾਪਿੰਗ ਸੈਂਟਰ ਹੈ ਉਹ ਸਦਰ ਹੀ ਹੁੰਦਾ ਸੀ। ਔਰ ਜਿਹੜੀ ਓਲਡੈਸਟ ਬਿਲਡਿੰਗਸ ਹੁੰਦੀਆਂ ਸਨ ਤਾਰੀਖੀ, ਜਿਵੇਂ ਐਂਪਰਸ ਮਾਰਕੀਟ ਹੈ ਸਦਰ 'ਚ, ਜਾਂ ਟਾਵਰ ਹੈ ਬਿਲਅਮੂਮ, ਟਾਵਰ ਦੇ ਕਰੀਬ ਬਿਲਕੁਲ ਉਹ ਸਟੇਟ ਬੈਂਕ ਹੁੰਦਾ ਸੀ। ਔਰ ਉਹ ਸਟੇਟ ਬੈਂਕ ਜਦੋਂ ਭਾਈ ਮੇਰੇ ਬੜੇ ਜਾਂਦੇ ਹੁੰਦੇ ਸੀ, ਕਈ ਵਾਰੀ ਮੈਂ ਵੀ ਉਹਨਾਂ ਦੇ ਨਾਲ ਚਲਾ ਜਾਂਦਾ ਹੁੰਦਾ ਸੀ। ਔਰ ਉਹ ਵੀ ਪੁਰਾਣੀ ਬਿਲਡਿੰਗਸ ਹੈ ਨੇ। ਜਾਂ ਉਸ ਵਕਤ ਹਬੀਬ ਬੈਂਕ ਦੀ ਇੱਕ ਬਿਲਡਿੰਗ ਨਵੀਂ ਨਵੀਂ ਬਣੀ ਸੀ,
ਔਰ ਬਹੁਤ ਮਾਰੂਫ ਸੀ ਕਿ ਜੀ ਬੜੀ ਉੱਚੀ ਬਿਲਡਿੰਗ ਹੈ। ਹਾਲਾਂਕਿ ਉਹਦੀਆਂ ਉਦੋਂ ਮੰਜ਼ਲਾਂ ਅਗਰ ਅੱਜ ਤੱਕ ਕੰਪੈਰੀਜ਼ਨ ਕੀਤਾ ਜਾਵੇ ਤਾਂ ਕੁਝ ਵੀ ਨਹੀਂ। ਉਹ 21 22 ਮੰਜ਼ਲਾ ਬਿਲਡਿੰਗ ਸੀ, ਲੇਕਿਨ ਜ਼ਾਹਿਰ ਹੈ ਉਹਦੇ ਕੋਲ ਖਲੋ ਕੇ ਵੀ ਜਿਸ ਵੇਲੇ ਤਾਂ ਵੇਖੀਦਾ ਸੀ ਤੇ ਇੰਜ ਲੱਗਦਾ ਸੀ ਜਿਵੇਂ ਬੰਦੇ ਨੇ ਪਿਛਾਂਹ ਨੂੰ ਡਿੱਗ ਪੈਣਾ। 1970 ਦੇ ਇਲੈਕਸ਼ਨ ਤੋਂ ਬਾਅਦ ਇੰਤਸ਼ਾਰ ਹੋਇਆ, ਮਸ਼ਰਕੀ ਪਾਕਿਸਤਾਨ ਦਾ ਬਾਜ਼ੂ ਕੱਟਿਆ ਗਿਆ, ਅਲੱਗਾ ਹੋ ਗਿਆ, ਔਰ ਉਸ ਤੋਂ ਬਾਅਦ ਭੁੱਟੋ ਸਾਹਿਬ ਨੇ ਇੱਥੇ ਹਕੂਮਤ ਸੰਭਾਲ ਲਈ। ਭੁੱਟੋ ਸਾਹਿਬ ਨਾਲ ਵੀ ਕੁਝ ਇਹੋ ਕੁਝ ਹੀ ਹੋਇਆ ਕਿ ਚੇ ਜਾਏ ਕਿ ਉਹ ਅਗਰ ਮਜ਼ਬੂਤ ਅਦਾਲਤੀ ਨਿਜ਼ਾਮ ਦਾ ਸਾਹਮਣਾ ਕਰਦੇ ਔਰ ਅਦਾਲਤਾਂ ਡਿਲੀਵਰ ਕਰ ਰਹੀ ਹੁੰਦੀਆਂ ਇਨਸਾਫ, ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਨਾ ਪੈਂਦੀ ਕਿ ਚੈੱਕ ਐਂਡ ਬੈਲੈਂਸ ਹੁੰਦੇ। ਇੱਕ ਤਹਿਰੀਕਾਂ ਬਰਪਾ ਕੀਤੀਆਂ ਗਈਆਂ ਔਰ ਜਾਣ ਬੁੱਝ ਕੇ ਕੀਤੀਆਂ ਗਈਆਂ ਭੁੱਟੋ ਸਾਹਿਬ ਦੇ ਖਿਲਾਫ, ਔਰ ਅਲਟੀਮੇਟਲੀ ਉਹਨਾਂ ਨੂੰ ਇੱਕ ਜਿਹੜਾ ਕਿ ਹੁਣ ਆ ਕੇ ਸਾਰਿਆਂ ਦੀ ਅੱਖਾਂ ਖੁੱਲ ਗਈਆਂ ਨੇ ਔਰ ਅਦਾਲਤ ਨੇ ਡਿਕਲੇਅਰ ਕੀਤਾ ਕਿ ਉਹ ਇੱਕ ਅਦਾਲਤੀ ਕਤਲ ਸੀ ਭੁੱਟੋ ਸਾਹਿਬ ਦਾ। ਭੁੱਟੋ ਸਾਹਿਬ ਦਾ ਕਿਰਦਾਰ ਬੁਰਾ ਸੀ, ਕਿਰਦਾਰ ਅੱਛਾ ਸੀ, ਲੇਕਿਨ ਬਦਨੁਮਾ ਕਿਰਦਾਰ ਇਹ ਸੀ ਕਿ ਜਿਹੜਾ ਅਦਾਲਤ ਨੇ ਕੀਤਾ ਉਹਦੇ ਨਾਲ ਕਿ ਜਿਹੜਾ ਉਹਦਾ ਜੁਰਮ ਹੈ ਨਹੀਂ ਸੀ, ਉਸ ਜੁਰਮ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਸੁਣਾਤੀ ਗਈ। ਔਰ ਉਦੋਂ ਵੀ ਉਹਦੀ ਪਸ ਮੰਜ਼ਰ ਦੇ ਵਿੱਚ ਜਿੰਨੇ ਹਲਕੇ ਨੇ, ਇਹ ਹਰ ਬੰਦੇ ਨੂੰ ਪਤਾ ਹੈ ਕਿ ਜਿੰਨਾ ਮਰਜ਼ੀ ਚੁੱਪ ਰਹੋ, ਖਾਮੋਸ਼ ਰਹੋ, ਲੇਕਿਨ ਆਹਿਸਤਾ 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 ਚੀਜ਼ਾਂ ਨਿਕਲਦੀਆਂ ਆਉਂਦੀਆਂ ਨੇ। ਔਰ ਜਿਵੇਂ ਜਿਵੇਂ ਡੀਕਲਾਸੀਫਾਈ ਕਰਨ ਦਾ ਤੇ ਸਾਡੇ ਰਿਵਾਜ ਹੀ ਨਹੀਂ ਸਾਡੇ ਮੁਲਕ 'ਚ ਕਿਸੇ ਡਾਕੂਮੈਂਟਸ ਨੂੰ, ਕਿਸੇ ਰਿਕਾਰਡ ਨੂੰ। ਲੇਕਿਨ ਬਾਕੀ ਮੁਲਕਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ 40 ਸਾਲ ਬਾਅਦ, 50 ਸਾਲ ਬਾਅਦ ਜਿਹੜੇ ਡਾਕੂਮੈਂਟਸ ਨੇ, ਜਿਹੜੇ ਸੀਕ੍ਰੇਟਸ ਹੁੰਦੇ ਨੇ ਕਿਸੇ ਰਿਆਸਤ ਦੇ, ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਂਦਾ ਔਰ ਉਹਦੇ ਤੋਂ ਲੋਕ ਬੜਾ ਸਿੱਖਦੇ ਨੇ। ਖੈਰ ਉਸ ਤੋਂ ਬਾਅਦ ਜਿਸ ਵੇਲੇ ਭੁੱਟੋ ਸਾਹਿਬ ਨੂੰ ਫਾਂਸੀ ਚੜਾ ਦਿੱਤਾ ਗਿਆ, ਔਰ ਉਹ ਮੈਂ ਉਦੋਂ ਕਰਾਚੀ ਸਾਂ, 5 ਜੁਲਾਈ 1977 ਦਾ ਵਾਕਿਆ ਹੈ। ਯਾਨੀ ਉਦੋਂ ਮੈਂ ਜਿਹੜਾ ਉਹ ਕਰਾਚੀ ਚੋਂ ਮੇਰੀ ਰਵਾਨਗੀ ਵਾਪਸ ਹੋਣ ਡਈ ਸੀ ਉਹਨਾਂ ਦਿਨਾਂ ਦੇ ਵਿੱਚ 76, ਚੂੰਕਿ ਮੈਂ ਐਫਐਸਸੀ ਕਰ ਲਈ ਸੀ, ਔਰ 76 ਦੇ ਤਕਰੀਬਨ ਐਂਡ ਦੇ ਵਿੱਚ ਮੈਂ ਉੱਥੋਂ ਕਰਾਚੀ ਸਮਾਨ ਆਪਣਾ ਬੰਦ ਰਿਹਾ ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਅਦਾਲਤੀ ਕੇਸ ਜਿਹੜੇ ਨੇ ਭੁੱਟੋ ਸਾਹਿਬ ਦੇ ਖਿਲਾਫ ਚੱਲਣ ਡਏ ਸਨ। ਗੋ ਕਿ ਇਹਨਾਂ ਨੂੰ ਫਾਂਸੀ ਉਦੋਂ ਹੋਈ ਜਦੋਂ ਮੈਂ ਵਾਪਸ ਜ਼ਹਿਰਾ ਪੰਜਾਬ ਪਹੁੰਚ ਗਿਆ 5 ਜੁਲਾਈ 77 ਦੇ ਵਿੱਚ। ਲੇਕਿਨ ਉਹਨਾਂ ਦਿਨਾਂ ਦੇ ਵਿੱਚ ਇਹਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਔਰ ਯਾਦ ਰਹੇ ਕਿ ਜਾਣੇ ਜਾਂ ਅਣਜਾਣੇ ਮੈਂ ਕਨਵਿੰਸ ਹਾਂ ਇਸ ਗੱਲ ਤੇ ਕਿ ਜਿਹੜਾ ਸਾਡਾ ਦੀਨੀ ਤਬਕਾ ਹੈ ਇਹ ਇਸਤੇਮਾਲ ਹੋਇਆ ਬਤੌਰ ਪ੍ਰੋਕਸੀ ਮੁxtਲਿਫ ਲੋਕਾਂ ਦੇ ਹੱਥਾਂ ਵਿੱਚ, ਭਾਵੇਂ ਉਹ ਇੰਟਰਨੈਸ਼ਨਲ ਪਾਵਰਸ ਹੈਗੀਆਂ ਸਨ ਤੇ ਭਾਵੇਂ ਉਹ ਇੰਟਰਨਲ ਪਾਵਰਸ ਹੈਗੀਆਂ ਸਨ। ਔਰ ਉਹਦਾ ਜਿਹੜਾ ਅਸੀਂ ਅੱਜ ਤੱਕ ਉਹਦਾ ਜਿਹੜਾ ਉਹ ਭੁਗਤ ਰਹੇ ਹਾਂ ਉਹਨਾਂ ਚੀਜ਼ਾਂ ਨੂੰ। ਮੇਰਾ ਖਿਆਲ ਹੈ ਕਿ ਵਕਤ ਗੁਜ਼ਰਨ ਦੇ ਨਾਲ ਨਾਲ ਉਦੋਂ ਤੇ ਅਸੀਂ ਬਹਾਨਾ ਲੈਂਦੇ ਸਾਂ ਕਿ ਹਾਲੀ ਪਾਕਿਸਤਾਨ ਬਣੇ ਨੂੰ ਕੋਈ 25-30 ਸਾਲ ਹੋਏ ਨੇ। ਆਹਿਸਤਾ ਆਹਿਸਤਾ ਜਿਹੜੀ ਹੈ ਡਿਵੈਲਪਿੰਗ ਵਰਲਡ ਜਿਹੜੀ ਹੈ ਇਹ ਡਿਵੈਲਪਡ ਵਰਲਡ ਵੱਲ ਜਾ ਰਹੀ ਹੈ, ਕਿਉਂਕਿ ਅਸੀਂ ਵੀ ਤਰੱਕੀ ਪਜ਼ੀਰ ਹਾਂ, ਅਸੀਂ ਵਿਸਾਖੀਆਂ ਤੇ ਖਲੋਤੇ ਹਾਂ। ਆਹਿਸਤਾ ਆਹਿਸਤਾ ਅਸੀਂ ਇਹਨਾਂ ਵਿਸਾਖੀਆਂ ਤੇ ਖਲੋਣਾ ਬੰਦ ਕਰ ਦਿਆਂਗੇ ਤੇ ਅਸੀਂ ਵੀ ਉਹਨਾਂ ਜਿਹੜਾ ਡੈਮੋਕ੍ਰੈਟਿਕ ਜਿਹੜੀ ਸੁਸਾਇਟੀਜ਼ ਨੇ, ਸਿਵਲਾਈਜ਼ਡ ਸੁਸਾਇਟੀਜ਼ ਨੇ, ਉਹਨਾਂ 'ਚ ਸਾਡਾ ਸ਼ੁਮਾਰ ਹੋਏਗਾ। ਲੇਕਿਨ ਉਹ ਬਦਕਿਸਮਤੀ ਹੋਈ ਕਿ ਉਹਦੇ ਨਾਲ ਪਾਕਿਸਤਾਨ ਟੁੱਟ ਗਿਆ ਔਰ ਅੱਗੋਂ ਇੱਕ ਨਵਾਂ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ। ਔਰ ਉਸ ਸਿਲਸਿਲੇ ਵਿੱਚ ਤੁਹਾਡੇ ਸਾਹਮਣੇ ਫਿਰ ਉਸ ਤੋਂ ਬਾਅਦ ਜਹਾਦ ਅਫਗਾਨਿਸਤਾਨ ਦੇ ਨਾਮ ਤੋਂ ਕਿਵੇਂ ਕਿਵੇਂ ਉਹ ਜੰਗ ਲੜੀ ਗਈ ਔਰ ਕਿਵੇਂ ਕਿਵੇਂ ਸਾਡੇ ਮੁਆਸ਼ਰੇ ਵਿੱਚ ਉਹਨੇ ਤਕਸੀਮ ਪੈਦਾ ਕੀਤੀ ਔਰ ਦਹਿਸ਼ਤਗਰਦੀ ਦਾ ਸ਼ਿਕਾਰ ਹੋਇਆ। ਉਹਦੇ ਤੇ ਅੱਗੋਂ ਜਿਹੜਾ ਮੇਰਾ ਸੈਗਮੈਂਟ ਉਹ ਤੇ ਸ਼ੁਰੂ ਕਰਾਂਗੇ। ਲੇਕਿਨ ਇੱਕ ਇਹਦੇ 'ਚ ਬਹੁਤ ਅਹਿਮ ਪਹਿਲੂ ਕਿ ਮਜ਼ਾਰੇ ਕਾਇਦ ਜਿਹੜਾ ਕਿ ਇੱਕ ਬਹੁਤ ਬੜੀ ਅਲਾਮਤ ਹੈ ਸਾਡੀ ਤਾਰੀਖ ਪਾਕਿਸਤਾਨ ਦੇ ਵਿੱਚ, ਕਿਉਂਕਿ ਸਾਡੇ ਜਿਹੜੇ ਕਾਇਦ ਨੇ, ਜੇ ਕਿ ਕ੍ਰੀਏਟਰ ਨੇ ਪਾਕਿਸਤਾਨ ਦੇ, ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ, ਬਹੁਤ ਲੋਕਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਮਜ਼ਾਰੇ ਕਾਇਦ ਦੇ ਵਿੱਚ ਜਿਹੜੇ ਤਦਫੀਨ ਹੋਈ ਹੈ ਉਹ ਸਿਰਫ ਕਾਇਦ ਆਜ਼ਮ ਰਹਿਮਤੁल्लाह ਅਲੈਹ ਦੀ ਨਹੀਂ ਹੋਈ, ਬਲਕਿ ਉੱਥੇ ਜਿਹੜਾ ਸ਼ਹੀਦ ਮਿਲਤ ਲਿਆਕਤ ਅਲੀ ਖਾਨ, ਜਿਹੜੇ ਕਿ 1947 ਤੋਂ ਬਾਅਦ ਸਾਲ ਡੇਢ ਸਾਲ ਦੇ ਵਿੱਚ ਉਹਨਾਂ ਨੂੰ ਵੀ ਸ਼ਹੀਦ ਕਰਤਾ ਗਿਆ। ਔਰ ਉਹ ਰਾਵਲਪਿੰਡੀ ਦੇ ਲਿਆਕਤ ਬਾਗ ਦੇ ਵਿੱਚ ਇੱਕ ਜਲਸੇ ਨਾਲ ਖਿਤਾਬ ਕਰ ਰਹੇ ਸਨ, ਉੱਥੇ ਉਹਨਾਂ ਨੂੰ ਮਾਰ ਦਿੱਤਾ ਗਿਆ। ਔਰ ਉੱਥੇ ਉਹਨੂੰ ਮਾਰਨ ਤੋਂ ਬਾਅਦ ਜਿਹੜੇ ਬੰਦੇ ਨੇ ਉਹਨੂੰ ਮਾਰਿਆ ਉਹਨੂੰ ਵੀ ਉੱਥੇ ਕਤਲ ਕਰ ਦਿੱਤਾ ਗਿਆ ਤਾਂ ਕਿ ਕੋਈ ਗਵਾਹ, ਕੋਈ ਸਬੂਤ ਰਹੇ ਹੀ ਨਾ। ਇਹ ਦੱਸਣ ਦਾ ਮਕਸਦ ਇਹ ਹੈਗਾ ਕਿ ਆਪਣੀ ਤਾਰੀਖ ਤੇ ਨਿਗਾਹ ਰੱਖਣ ਦੀ ਜ਼ਰੂਰਤ ਹੈ। ਕਿਸ ਕਿਸ ਵਕਤ ਕਿਹੜੇ ਕਿਹੜੇ ਬੰਦੇ, ਕਿਹੜੀ ਕਿਹੜੀਆਂ ਤਾਕਤਾਂ ਨੇ ਸਾਡੇ ਵਿੱਚ ਤਕਸੀਮ ਪੈਦਾ ਕੀਤੀ ਔਰ ਸਾਨੂੰ ਇੱਕ ਦੂਸਰੇ ਦੇ ਹੱਥੋਂ ਮਰਵਾ ਦਿੱਤਾ। ਔਰ ਉਹ ਕਾਇਦੇ ਸ਼ਹੀਦੇ ਮਿਲਤ ਜਿਹੜੇ ਨੇ ਇਹ ਵੀ ਉਸੇ ਮਜ਼ਾਰੇ ਕਾਇਦ ਦੇ ਵਿੱਚ ਉਹਨਾਂ ਦੀ ਤਦਫੀਨ ਹੋਈ ਹੈ। ਇਸੇ ਤਰ੍ਹਾਂ ਸਰਦਾਰ ਅਬਦੁਲ ਰੱਬ ਨਿਸ਼ਤਰ ਜਿਹੜੇ ਤਹਿਰੀਕੇ ਪਾਕਿਸਤਾਨ ਦੇ ਬਹੁਤ ਬੜੇ ਇੱਕ ਰੁਕਨ ਸਨ, ਉਹ ਵੀ ਉੱਥੇ ਹੀ ਉਹਨਾਂ ਦੀ ਵੀ ਤਦਫੀਨ ਹੋਈ ਹੈ।
ਉਹਨਾਂ ਦੀ ਜਿਹੜਾ ਅੱਗੋਂ ਨਸਲ ਦੇ ਵਿੱਚ ਤੁਹਾਨੂੰ ਪਤਾ ਸਾਨੀਆ ਨਿਸ਼ਤਰ ਸਾਹਿਬਾ ਬਹੁਤ ਹੀ ਅਜ਼ੀਮ ਖਾਤੂਨ, ਬਹੁਤ ਹੀ ਆਲਾ ਵਰਕਰ, ਜਿਨ੍ਹਾਂ ਨੇ ਕਿ ਅਹਿਸਾਸ ਪ੍ਰੋਗਰਾਮ ਪਿਛਲੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਚਲਾਇਆ, ਔਰ ਗਾਲਬਨ ਅੱਜ ਕੱਲ੍ਹ ਕਿਸੇ ਜਿਹੜਾ ਉਹ ਬੈਨ ਅਲ-ਅਕਵਾਮੀ NGO ਦੇ ਵਿੱਚ ਨਾਲ ਸ਼ਾਇਦ ਉਹ ਕੰਮ ਕਰ ਰਹੀਆਂ ਨੇ। ਲੇਕਿਨ ਇੱਕ ਕਾਬਲੇ ਫਖਰ ਖਾਤੂਨ ਸਾਡੇ ਪਾਕਿਸਤਾਨ ਦੀ, ਉਹ ਸਰਦਾਰ ਅਬਦੁਲ ਰੱਬ ਨਿਸ਼ਤਰ ਸਾਹਿਬ, ਜਿਹੜੇ ਉੱਥੇ ਤਦਫੀਨ ਜਿਨ੍ਹਾਂ ਦੀ ਮਜ਼ਾਰੇ ਕਾਇਦ 'ਚ ਹੋਈ ਹੈ, ਉਹਨਾਂ ਦੀ ਨਸਲ ਤੋਂ ਅੱਗੋਂ ਹੈ ਸਨ। ਔਰ ਇਸੇ ਤਰ੍ਹਾਂ ਉੱਥੇ ਕਬਰ ਮੋਹਤਰਮਾ ਫਾਤਮਾ ਜਿਨਾਹ ਦੀ, ਔਰ ਨੂਰੁਲ ਅਮੀਨ ਔਰ ਬੇਗਮ ਰਾਣਾ ਲਿਆਕਤ ਅਲੀ ਖਾਨ, ਇਹ ਵੀ ਉੱਥੇ ਹੀ, ਇਹਨਾਂ ਦੇ ਵੀ। ਇਹ ਬਿਲਕੁਲ ਅਗਰ ਕਾਇਦੇ ਆਜ਼ਮ ਦੇ ਮਜ਼ਾਰ ਤੇ ਜਾਣ ਦਾ ਤੁਹਾਡਾ ਇਤਫਾਕ ਹੋਵੇ, ਤੇ ਉਹ ਕਾਇਦੇ ਆਜ਼ਮ ਦੇ ਮਜ਼ਾਰ ਦੇ ਅਕਬ ਦੇ ਵਿੱਚ ਉਹਦੀ ਅਗਰ ਸਾਹਮਣੇ ਤੋਂ ਜਾਈਏ ਨੁਮਾਇਸ਼ ਵਾਲੀ ਸਾਈਡ ਤੋਂ, ਤੇ ਉਹਦੇ ਚ ਦਾਖਲ ਹੋਈਏ ਕਾਇਦੇ ਆਜ਼ਮ ਦੇ ਮਜ਼ਾਰ, ਤੇ ਉਹ ਜਿਹੜਾ ਉਸ ਤੋਂ ਲੰਘ ਕੇ ਤੇ ਅੱਗੇ ਨਿਚਲੀ ਸਤ੍ਹਾ ਤੇ ਦਰਜੇ ਤੇ ਤੁਸੀਂ ਇਹ ਕਹਿ ਲਓ ਕਿ ਦੂਸਰੀ ਮੰਜ਼ਿਲ ਥੱਲੇ ਕਹਿ ਲਓ ਤੁਸੀਂ, ਕਿ ਉੱਥੇ ਇਹਨਾਂ ਜਿਹੜੇ ਲੀਡਰਾਂ ਨੇ ਇਹਨਾਂ ਦੀ ਤਦਫੀਨ ਉੱਤੇ ਹੋਈ ਹੈ। ਤੇ ਇਹ ਕਰਾਚੀ ਦੇ ਹਵਾਲੇ ਦੇ ਨਾਲ ਜੇ ਕੁਝ ਹੋਰ ਯਾਦਦਾਸ਼ਤ ਮੇਰੀ ਹੋਈ ਤਾਂ ਇਨਸ਼ਾਅੱਲਾ ਵੀਡੀਓ ਕਰਾਂਗਾ। ਲੇਕਿਨ ਅੱਜ ਮੈਂ ਇਸ ਸੈਕੰਡ ਫੇਜ਼ ਜਿਹੜੀ ਹੈ ਕਰਾਚੀ ਵਾਲੀ, ਪਹਿਲੀ ਫੇਜ਼ ਆਪਣੇ ਪਿੰਡ ਵਾਲੀ, ਹੁਣ ਕਰਾਚੀ ਤੇ ਸਟੇ ਵਾਲੀ ਜਿਹੜੀ ਹੈ, ਇਹਨੂੰ ਮੈਂ ਇੱਥੇ ਰੋਕਾਂਗਾ। ਔਰ ਇਸ ਤੋਂ ਬਾਅਦ ਜਿਹੜਾ ਅੱਗੋਂ ਮੇਰੀ ਜਿਹੜੀ ਵਾਪਸੀ ਹੋਈ 1976 ਤੋਂ ਬਾਅਦ FSC ਕਰਨ ਤੋਂ ਬਾਅਦ ਪੰਜਾਬ ਦੀ, ਉਹਦੇ ਤੇ ਫਿਰ ਸਾਰਾ ਜਿਹੜਾ ਉਹ ਵੀਡੀਓ ਇਨਸ਼ਾਅੱਲਾ ਅੱਗੋਂ ਕਰਾਂਗੇ।